ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਸਤਿਗੁਰੂ ਕਲਾਸਿਸ ਦੀ ਆਨਲਾਈਨ ਪਲੇਟਫਾਰਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਟੂਡੈਂਟ, ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਨਾ ਹਿਸਟਰੀ ਦੇ ਉਹ ਵਾਲੇ ਕੁਐਸਚਨ ਡਿਸਕਸ ਕਰਾਂਗੇ ਜਿਹੜੇ ਪੰਜਾਬ ਐਗਜ਼ਾਮ ਦੇ ਵਿੱਚ ਵਾਰ-ਵਾਰ ਰਿਪੀਟ ਹੋਏ ਆ। ਅਗਰ ਤੁਸੀਂ ਹਿਸਟਰੀ ਨੂੰ ਰੀਡ ਕਰ ਚੁੱਕੇ ਹੋ ਤਾਂ ਉਸ ਤੋਂ ਬਾਅਦ ਇਹਨਾਂ MCQs ਨੂੰ ਨਾਲ ਅਟੈਂਪਟ ਕਰ ਲੈਂਦੇ ਹੋ ਤਾਂ ਤੁਹਾਡੀ ਜਿਹੜੀ ਹਿਸਟਰੀ ਦੀ ਬੜੀ ਵਧੀਆ ਰਿਵੀਜ਼ਨ ਹੋ ਜਾਏਗੀ। ਠੀਕ ਹੈ, ਇਹ ਕੁਐਸਚਨ ਹੈ ਜਿਹੜੇ ਇਹ ਲਗਭਗ 80-85 ਕੁਐਸਚਨ ਹੈ ਜੋ ਮੈਂ ਤੁਹਾਡੇ ਲਈ ਲੈ ਕੇ ਆਇਆ। ਤੁਸੀਂ ਮੇਰੇ ਨਾਲ ਇਹਨਾਂ ਕੁਐਸਚਨਸ ਨੂੰ ਕਰਦੇ ਜਾਣਾ, ਕਾਪੀ ਤੇ ਨੋਟ ਕਰਨਾ ਕਰ ਸਕਦੇ ਹੋ, ਨਹੀਂ ਤਾਂ ਐਜ਼ ਯੂਜ਼ੁਅਲ ਜਿਵੇਂ ਮੈਂ ਕਹਿੰਦਾ ਨਾ ਇੱਕ ਵੀਡੀਓ ਨੂੰ 2 ਜਾਂ 3 ਵਾਰ ਦੇਖਦੇ ਹਾਂ ਤਾਂ ਉਹ ਆਪਣੇ ਆਪ ਯਾਦ ਹੋ ਜਾਂਦੀ ਹੈ। ਠੀਕ ਹੈ, ਕੁਐਸਚਨ ਇੰਪੋਰਟੈਂਟ ਹੈ, ਸੁਣਿਓ ਧਿਆਨ ਨਾਲ ਔਰ ਵੀਡੀਓ ਨੂੰ ਐਂਡ ਤੱਕ ਦੇਖਿਓ। ਹਾਂਜੀ, ਸਟਾਰਟ ਕਰਦੇ ਹਾਂ। ਫਸਟ ਹੈ, ਹੂ ਇਨਵਾਈਟਿਡ ਬਾਬਰ ਟੂ ਇਨਵੇਡ ਇੰਡੀਆ। ਬਾਬਰ ਨੂੰ ਕਿਸ ਨੇ ਇਨਵਾਈਟ ਕੀਤਾ ਸੀ ਇੰਡੀਆ ਆਉਣ ਲਈ? ਤਾਂ ਉਹ ਆਲਮ ਖਾਨ ਸੀ ਜਿਸ ਨੇ ਬਾਬਰ ਨੂੰ ਇਨਵਾਈਟ ਕੀਤਾ ਸੀ। ਨੈਕਸਟ ਹੈ, ਹੂ ਇਜ਼ ਨੋਨ ਐਜ਼ ਦਾ ਇੰਡੀਅਨ ਬਿਸਮਾਰਕ। ਇੰਡੀਅਨ ਬਿਸਮਾਰਕ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਉਹਨਾਂ ਦਾ ਨਾਮ ਹੈ ਜੀ ਵੱਲਭ ਭਾਈ ਪਟੇਲ ਜੀ ਨੂੰ ਇੰਡੀਅਨ ਬਿਸਮਾਰਕ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪਟੇਲ ਜੀ ਨੂੰ ਆਇਰਨ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਨੈਕਸਟ ਹੈ, ਹੂ ਓਰੀਜਿਨੇਟ ਅਸ਼ਵਮੇਧਾ ਯਜਨਾ ਇਨ ਗੁਪਤਾ ਪੀਰੀਅਡ। ਅਸ਼ਵਮੇਧ ਯੱਜ ਹੁੰਦੇ ਸੀ ਜਿਹੜੇ, ਜਾਂ ਯੱਗ ਕਹਿ ਲਈਏ, ਉਹ ਕਿਸ ਨੇ ਸ਼ੁਰੂ ਕੀਤੇ ਸੀ ਗੁਪਤਾ ਪੀਰੀਅਡ ਦੇ ਵਿੱਚ? ਤਾਂ ਜਿਹੜਾ ਸਮੁੰਦਰ ਗੁਪਤ ਹੈ ਉਸ ਨੇ ਸ਼ੁਰੂ ਕੀਤੇ ਹੈ। ਨੈਕਸਟ ਕੁਐਸਚਨ ਦੇਖੋ, ਐਟ ਵਿਚ ਪਲੇਸ ਡਿਡ ਮਹਾਤਮਾ ਗਾਂਧੀ ਸਟਾਰਟ ਹਿਜ਼ ਫਸਟ ਸੱਤਿਆਗ੍ਰਹਿ ਇਨ ਇੰਡੀਆ। ਚੰਪਾਰਨ ਦੇ ਵਿੱਚ ਸ਼ੁਰੂ ਕੀਤਾ ਸੀ। ਕੁਐਸਚਨ ਇੰਪੋਰਟੈਂਟ ਹੈ, ਇਹ 2-3 ਤਰੀਕਿਆਂ ਨਾਲ ਪੁੱਛਿਆ ਜਾਂਦਾ ਹੈ। ਪੁੱਛਿਆ ਜਾਊਗਾ ਵੀ ਕਦੋਂ ਸ਼ੁਰੂ ਕੀਤਾ, ਤਾਂ ਆਪਾਂ ਕਹਾਂਗੇ 1916 ਦੇ ਵਿੱਚ। ਕੀ ਸੀ? ਇੱਕ ਸ਼ੁਕਲਾ ਸੀ, ਪਰਸਨ ਦਾ ਨਾਮ ਹੈ ਸ਼ੁਕਲਾ, ਤਾਂ ਉਸਨੇ ਆ ਕੇ ਰਿਕੁਐਸਟ ਕੀਤੀ ਸੀ। ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਚੱਲ ਰਿਹਾ ਸੀ ਉਦੋਂ, ਮਹਾਤਮਾ ਗਾਂਧੀ ਨੂੰ ਰਿਕੁਐਸਟ ਕੀਤੀ ਸੀ। ਅਤੇ ਬਿਹਾਰ ਦੇ ਵਿੱਚ 3 ਟਕਾਈ ਸਿਸਟਮ ਇੱਕ ਚੱਲਦਾ ਹੁੰਦਾ ਸੀ, ਜਿਹਦੇ ਵਿੱਚ ਕੀ ਕਰਦੇ ਸੀ, ਪੂਰਾ ਜੋ ਪ੍ਰੋਡਕਸ਼ਨ ਹੁੰਦੀ ਸੀ ਨਾ ਅਨਾਜ ਦੀ, ਬੇਸਿਕਲੀ ਇੰਡੀਗੋ ਦੀ ਖੇਤੀ ਹੁੰਦੀ ਸੀ, ਉਹਦੇ ਵਿੱਚ ਕੀ ਕਰਦੇ ਸੀ 20 ਹਿੱਸੇ ਕਰ ਲੈਂਦੇ ਸੀ ਇੰਡੀਗੋ ਦੇ। 20 ਜਿਵੇਂ 20 ਗੱਠੀਆਂ ਬਣਾ ਲਈਆਂ, 20 ਦੇ ਵਿੱਚੋਂ 3 ਗੱਠੀਆਂ ਜਾਂ 3 ਹਿੱਸੇ ਜੱਟ ਕਿਸਾਨ ਨੂੰ ਦੇ ਦਿੰਦੇ ਸੀ ਔਰ 17 ਹਿੱਸੇ ਉਹ ਲੈ ਜਾਂਦੇ ਸੀ, ਅੰਗਰੇਜ਼ ਲੈ ਜਾਂਦੇ ਸੀ। ਤਾਂ ਮਹਾਤਮਾ ਗਾਂਧੀ ਨੇ ਉੱਥੇ ਜਾ ਕੇ ਬੜਾ ਵੱਡਾ ਰੋਲ ਅਦਾ ਕੀਤਾ ਸੀ। ਤਾਂ ਇਹ ਚੰਪਾਰਨ ਹੈ ਜਿਹੜਾ ਪਹਿਲਾ ਸੱਤਿਆਗ੍ਰਹਿ ਮਹਾਤਮਾ ਗਾਂਧੀ ਦਾ। ਨੈਕਸਟ ਹੈ, ਵਿਚ ਵਾਜ਼ ਦਾ ਕੈਪੀਟਲ ਆਫ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੈਪੀਟਲ ਕਿਹੜੀ ਸੀ? ਤਾਂ ਲਾਹੌਰ ਸੀ ਉਹਨਾਂ ਦੀ ਕੈਪੀਟਲ। ਵਿੱਚ ਸਿੱਖ ਗੁਰੂ ਕੋਲਡ ਸੱਚਾ ਬਾਦਸ਼ਾਹ। ਕਈ ਵਾਰੀ ਸੱਚਾ ਪਾਤਸ਼ਾਹ ਵੀ ਲਿਖਿਆ ਹੁੰਦਾ, ਤਾਂ ਇਹ ਜਿਹੜਾ ਆਨਸਰ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚਾ ਬਾਦਸ਼ਾਹ ਕਿਹਾ ਜਾਂਦਾ ਸੀ। ਜ਼ਿਆਦਾਤਰ ਆਨਸਰ ਸੱਚਾ ਪਾਤਸ਼ਾਹ ਲਿਖਿਆ ਹੁੰਦਾ, ਸਿੱਖ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਕਿਹਾ ਜਾਂਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਨੈਕਸਟ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ। ਹੂ ਇਜ਼ ਰਿਲੇਟਿਡ ਟੂ ਸਰਵੋਦਇਆ ਐਂਡ ਭੂਦਾਨ ਮੂਵਮੈਂਟ। ਸਰਵੋਦਇਆ ਤੇ ਭੂਦਾਨ ਮੂਵਮੈਂਟ ਹੈ ਜਿਹੜੀ, ਉਹ ਆਚਾਰਿਆ ਵਿਨੋਬਾ ਭਾਵੇ ਜੀ ਨਾਲ ਰਿਲੇਟਿਡ ਹੈ। ਇਹ ਕੁਐਸਚਨ ਪੰਜਾਬ ਦੇ ਪੇਪਰ 'ਚ 3 ਵਾਰ ਆ ਚੁੱਕਾ ਹੈ ਜੀ, ਭੂਦਾਨ ਮੂਵਮੈਂਟ ਦੇ ਨਾਮ ਤੇ। ਨੈਕਸਟ ਦੇਖੋ, ਵਿਚ ਰੂਲਰ ਐਟ ਫਸਟ ਅਜ਼ਿਊਮ ਦਾ ਟਾਈਟਲ ਆਫ ਹਜ਼ਰਤ ਏ ਅਲਾ ਐਂਡ ਆਫਟਰਵਰਡਸ ਸੁਲਤਾਨ। ਇਹ ਟਾਈਟਲ ਹੈ ਹਜ਼ਰਤ ਏ ਅਲਾ, ਉਸ ਤੋਂ ਬਾਅਦ ਸੁਲਤਾਨ ਦਾ ਟਾਈਟਲ ਕਿਹੜੇ ਰੂਲਰ ਨੂੰ ਮਿਲਿਆ ਸੀ? ਤਾਂ ਕਿਹੜੇ ਰਾਜੇ ਨੂੰ ਮਿਲਿਆ ਹੈ ਕਹਿ ਲਓ, ਤਾਂ ਸ਼ੇਰ ਸ਼ਾਹ ਸੂਰੀ ਨੂੰ। ਵਿਚ ਰਾਜਪੂਤ ਡਾਇਨੈਸਟੀਜ਼ ਡਿਡ ਨੋਟ ਸਰੈਂਡਰ ਟੂ ਅਕਬਰ। ਕਿਹੜੀ ਡਾਇਨੈਸਟੀ ਸੀ ਰਾਜਪੂਤਾਂ ਦੀ ਜਿਹਨੇ ਅਕਬਰ ਨੂੰ ਸਰੈਂਡਰ ਨਹੀਂ ਕੀਤਾ ਸੀ? ਉਹਦਾ ਨਾਮ ਹੈ ਜੀ ਸਿਸੋਦੀਆ। ਨੈਕਸਟ ਕੁਐਸਚਨ ਹੈ, ਐਨਾਲੈਕਟਸ ਇਜ਼ ਏ ਸੈਕਰਡ ਟੈਕਸਟ ਆਫ ਵਿਚ ਰਿਲੀਜਨ। ਤਾਂ ਕਨਫਿਊਸ਼ੀਅਸ ਰਿਲੀਜਨ ਹੈ ਜਿਹੜਾ, ਉਹਨਾਂ ਦਾ ਇਹ ਟੈਕਸਟ ਹੈ। ਠੀਕ ਹੈ, ਨੈਕਸਟ ਕੁਐਸਚਨ ਵਾਲਾ ਆਪਾਂ ਮੂਵ ਕਰਦੇ ਹਾਂ। ਬਾਈ ਹੂਮ ਵਾਜ਼ ਦਾ ਫੇਮਸ ਕੀਰਤੀ ਸਤੰਭਾ ਐਟ ਚਿਤੌੜ ਬਿਲਟ। ਜਿਹੜੇ ਕੀਰਤੀ ਸਤੰਭ ਹੈ ਚਿਤੌੜ ਦੇ ਵਿੱਚ, ਉਹ ਕਿਹਦੇ ਦੁਆਰਾ ਬਣਾਏ ਗਏ? ਤੇ ਰਾਣਾ ਕੁੰਭਾ ਦੇ ਦੁਆਰਾ ਬਣਾਏ ਗਏ ਆ। ਕਾਫੀ ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਕੁਐਸਚਨ ਹੈ, ਫਰੋਮ ਵੇਅਰ ਸੂਫੀ ਮੂਵਮੈਂਟ ਵਾਜ਼ ਸਟਾਰਟਿਡ। ਅਗੇਨ ਆ ਵੀ ਇੰਪੋਰਟੈਂਟ ਹੈ ਜੀ। ਆਹ ਕੁਐਸਚਨ ਮੈਂ ਜਦੋਂ ਇਹ ਸਾਰੇ ਕੁਐਸਚਨਸ ਨੂੰ ਕਲੈਕਟ ਕਰ ਰਿਹਾ ਸੀ ਉਸ ਟਾਈਮ ਤੇ ਦੇਖਿਆ ਸੀ 3 ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਹੋਇਆ ਸੀ, ਸੇਮ ਐਜ਼ ਇਟ ਇਜ਼। ਕਿ ਉਹਨਾਂ ਨੇ ਐਵੇਂ ਹੀ ਆਪਸ਼ਨਸ ਦਿੱਤੀਆਂ ਸੀ 1 2 3 4, ਜਿਵੇਂ ਮੈਂ ਡਾਇਰੈਕਟ ਤੁਹਾਡੇ ਕੋਲ ਲੈ ਕੇ ਆਇਆ ਹੈ ਨਾ ਵਨ ਲਾਈਨਰ ਦੇ ਤੌਰ ਤੇ, ਉਹਨਾਂ ਨੇ ਨਾਲ ਆਪਸ਼ਨਸ ਦਿੱਤੀਆਂ ਹੋਈਆਂ ਸੀ। ਤਾਂ ਕੁਐਸਚਨ ਦਾ ਆਨਸਰ ਕੀ ਹੈ? ਫਰੋਮ ਵੇਅਰ ਸੂਫੀ ਮੂਵਮੈਂਟ ਵਾਜ਼ ਸਟਾਰਟਿਡ। ਤਾਂ ਪਰਸ਼ੀਆ ਤੋਂ ਸਟਾਰਟ ਹੋਈ ਸੀ। ਹੂ ਵਾਜ਼ ਦਾ ਫਸਟ ਫੋਰਨਰ ਟੂ ਇਨਵੇਡ ਇੰਡੀਆ। ਡੈਰੀਅਸ 1 ਸੀ ਜੋ ਫਸਟ ਫੋਰਨਰ ਸੀ ਜੋ ਇੰਡੀਆ ਦੇ ਵਿੱਚ ਆਇਆ ਸੀ। ਨੈਕਸਟ ਹੈ, ਵਿਚ ਮੁਗਲ ਐਂਪਰਰਸ ਟੋਮ ਇਜ਼ ਆਊਟਸਾਈਡ ਇੰਡੀਆ। ਜਹਾਂਗੀਰ ਦੀ ਜਿਹੜੀ ਕਬਰ ਹੈ ਉਹ ਇੰਡੀਆ ਤੋਂ ਬਾਹਰ ਹੈ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ। ਜੇ ਰਿਐਲਿਟੀ ਦੇ ਵਿੱਚ ਤੁਹਾਨੂੰ ਪਤਾ ਹੈ
कि जहांगीर की जी टोंब है वो कित्थे है। नैक्सट क्वेश्चन देखो, विच रूलर वॉज नोन एज अमृता घटा द डिस्ट्रॉयर ऑफ फोएज। बिंदुसारा नूं कहा जाता है अमृता घटा। आ भी क्वेश्चन इंपोर्टेंट है भी बिंदुसारा नूं किस नाम नाल जानिया जाता सी, तां अमृता घटा। नैक्सट देखो, गायत्री मंत्र ऋग्वेद दे विच है, किहड़ी देवी नूं है, तां सवित्री नूं। ठीक है, सवित्री नूं है, डेडिकेटेड है गायत्री मंत्र। ड्यूरिंग विच रेन वाज कालीदास लिव्ड। कालीदास किस टाइम ते सी, तां चंद्रगुप्त टू दे टाइम ते कालीदास सी। हू नेम्ड प्रयाग नगर एज इलाहाबाद। अगेन क्वेश्चन बहुत इंपोर्टेंट है जी। इलाहाबाद का नाम, प्रयाग नगर का नाम इलाहाबाद किसने किया सी, तां अकबर ने किया सी। नैक्सट, विच चोला रूलर कन्वर्टिड द बे ऑफ बंगाल इंटू चेला लेक। केड़ा चोला रूलर है जिन्ने बे ऑफ बंगाल नूं चेला लेक दे विच कन्वर्ट किया सी, तो उसका नाम है रजिंद्रा वन। नैक्सट है, अंडर विच सुल्तान चलीसा लैंड इनक्रीज कंसीडरेबली। केड़े सुल्तान दे अंडर है जिहड़ी चलीसा लैंड है जिहड़ी वो इनक्रीज हुंदी गई सी, तां अलाउद्दीन खिलजी दे टाइम ते है। नैक्सट क्वेश्चन है, हू वाज द नंदा रूलर एट द टाइम ऑफ अलैगजेंडरस इनवेजन। जदों जिस टाइम ते अलैगजेंडर ने हमला किया है ना, ਆਪਾਂ ਨੂੰ पता है अलैगजेंडर ने हमला किया सी, मतलब सिकंदर ने हमला किया सी, तो क्वेश्चन ये पूछ रहा भी उस टाइम ते नंदा रूलर किहड़ा सी, तो उसका नाम है जी धनानंदा। नैक्सट क्वेश्चन है, हू वाज थराइस इलैक्टेड प्रेजिडेंट ऑफ इंडियन नैशनल कांग्रेस। किस परसन नूं इंडियन नैशनल कांग्रेस का जिहड़ा प्रेजिडेंट है वो 3 बार इलैक्ट किया गया, तो उसका नाम है दादाबाई नरौर जी। विच ग्रुप वार रिलेटिड टू तना भगत मूवमेंट। किहड़ा ग्रुप है जिहड़ा तना भगत मूवमेंट के नाल रिलेटिड है, तो उरान ग्रुप है एक जिहड़ा तना भगत मूवमेंट के नाल रिलेटिड है। नैक्सट है, हू अटेंडेड द सैकेंड राउंड टेबल कॉन्फ्रेंस एंड द रिप्रजेंटेटिव ऑफ द कांग्रेस। कांग्रेस के वल्लों सैकेंड राउंड टेबल कॉन्फ्रेंस है किसने अटेंड की सी। मैं इसका आंसर जान के नहीं लिखा जी, रीजन है मैं तुहानूं कुछ एक्सप्लेन करना चाहना इस थां ते, इस पॉइंट ते। एक्चुअल च महात्मा गांधी सी जिस टाइम ते फर्स्ट राउंड टेबल कॉन्फ्रेंस हुई है, तो महात्मा गांधी ने राउंड टेबल कॉन्फ्रेंस मतलब कांग्रेस के वल्लों राउंड टेबल कॉन्फ्रेंस नहीं अटेंड की गई। तो उस टाइम ते गांधी इरविन समझौता हुंदा है। गांधी इरविन समझौता हुंदा जदों वो हुंदा 5 मार्च 1931 नूं, तो स्पैशल ये गल कही गई सी महात्मा उन्हां वल्लों ब्रिटिश सरकार वल्लों इरविन नूं कि जां तां तू गांधी नूं मना लै, तो जान अगर तू महात्मा गांधी नूं नहीं मनाएगा तो तेनों आपदी जिहड़ी लीडरशिप उस तो त्याग दे करना पऊगा, मतलब तेनों रिजाइन देना पएगा। फिर इन्हां दे विच जिहड़ियां 17 कंसीडर किया जाता है भी 17 फैब तो ना इन्हां दीयां मीटिंग्स शुरू हो गई सी। फाइनली 5 ऑफ मार्च 1931 नूं इन्हां दा जिहड़ा समझौता है और ये डिसाइड किया। महात्मा गांधी नूं कहा गया सी भी तू आपदियां शर्तां दस भी तेरियां शर्तां की है, तो महात्मा गांधी ने कहा सी कि जिन्ने भी बेकसूर ਜਿਹੜੇ कैदी ਆ उसनूं छड़ दिता जाए। तो इत्थे एक कंट्रोवर्सी आ गई सी भी अंग्रेज़ों के वलों भगत सिंह कदे भी बेकसूर नहीं सी। अगर महात्मा गांधी उस शर्त दे विच ये वर्ड पा दिंदा ना, जिन्ने भी भारती कैदी है उन्हां नूं छड्डिया जावे, तो अज दे टाइम है जिहड़ा वो शायद इतिहास कुछ होर हुंदा, भगत सिंह रिहा हुंदे। तो एक काफ़ी कंट्रोवर्सी सी। बट इत्थे जिहड़ा क्वेश्चन आ मैं फिर क्वेश्चन ते वापस आ जा कि सैकेंड राउंड टेबल कॉन्फ्रेंस है वो किसने अटेंड की सी कांग्रेस वलों, तो महात्मा गांधी ने। नैक्सट देखो, हू पास द इंडियन यूनिवर्सिटी एक्ट। लॉर्ड करजन ने इंडियन यूनिवर्सिटी एक्ट पास किया है। नैक्सट देखो, हू वाज द मैंबर ऑफ दीन इलाही। दीन इलाही का मैंबर कौन सी, तो अकबर सी। बीरबल सी दीन इलाही का मैंबर। नैक्सट, विद हूम वाज द लास्ट अपॉर्चुनिटी टू अवॉइड द पार्टीशन ऑफ इंडिया लॉस्ट। कहता भी किस चीज़ के नाल जिहड़ी पार्टीशन की जी अपॉर्चुनिटी टू अवॉइड, पार्टीशन को अवॉइड करन दा जिहड़ा एक चांस सी, एक अपॉर्चुनिटी सी, वो बिल्कुल खत्म हो गई सी। जिस टाइम ते इंडिया दे विच कैबिनेट मिशन प्लान आया उस टाइम ते जिहड़ी फाइनल हो गया सी कि हाँ भी इंडिया की हुण डिवाइडेशन जिहड़ी हो के रहेगी। बाय हूम वाज साका इरा फाउंडिड। अगेन मोस्ट इंपोर्टेंट क्वेश्चन है, साका इरा किस दे द्वारा फाउंड किया गया, तो कनिष्क के द्वारा। विच पेशवा वाज पॉपुलरली नोन एज नाना साहिब। किहड़े पेशवा नूं नाना साहिब का नाम भी दिता है, तो बाजीराव बालाजी बाजीराव नूं नाना साहिब का नाम दिता है। नैक्सट देखो, मैमरीज ऑफ बाबर वाज रिटन इन विच लैंगुएज। जिहड़ियां
ਬਾਬਰ ਦੀਆਂ ਜਿਹੜੀਆਂ ਮੈਮਰੀਜ਼ ਹੈ, ਜਿਹਨੂੰ ਤੁਜਕ ਏ ਬਾਬਰੀ ਵੀ ਕਹਿ ਦਿੰਦੇ ਆ, ਉਹ ਤੁਰਕਿਸ਼ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ। ਨੈਕਸਟ ਹੈ ਹਾਈ ਕੋਰਟ ਇਨ ਕਲਕੱਤਾ ਮੁੰਬਈ ਐਂਡ ਮਦਰਾਸ ਵਾਰ ਐਸਟੈਬਲਿਸ਼ ਇਨ ਵਿਚ ਈਅਰ। ਜਿਹੜੀ ਕਲਕੱਤਾ ਮੁੰਬਈ ਅਤੇ ਮਦਰਾਸ ਦੀ ਜਿਹੜੀ ਹਾਈ ਕੋਰਟ ਹੈ ਉਹ ਕਿਹੜੇ ਸਾਲ ਐਸਟੈਬਲਿਸ਼ ਹੋਈ ਹੈ? ਤਾਂ 1861 ਦੇ ਵਿੱਚ। ਵਟ ਵਾਜ਼ ਦਾ ਸਕ੍ਰਿਪਟ ਯੂਜ਼ਡ ਇਨ ਦਾ ਅਰਲੀਅਰ ਤਾਮਿਲ ਇਨਕ੍ਰਿਪਸ਼ਨਸ। ਜਿਹੜੀਆਂ ਅਰਲੀਅਰ ਤਾਮਿਲ ਇਨਕ੍ਰਿਪਸ਼ਨ ਹੁੰਦੀਆਂ ਸੀ ਉਸ ਦੇ ਵਿੱਚ ਹੈ ਜਿਹੜੀ ਉਹ ਬ੍ਰਹਮੀ ਸਕ੍ਰਿਪਟ ਯੂਜ਼ ਕੀਤੀ ਜਾਂਦੀ ਸੀ। ਆਹ ਇੰਪੋਰਟੈਂਟ ਪੁਆਇੰਟ ਹੈ ਜੀ, ਬ੍ਰਹਮੀ ਸਕ੍ਰਿਪਟ 'ਤੇ ਕਾਫੀ ਵਾਰ ਕੁਐਸਚਨ ਆਇਆ। ਨੈਕਸਟ ਦੇਖੋ, ਅਟੈਕ ਔਨ ਚਿਤੌੜਗੜ੍ਹ ਆਰਸੈਨਲ ਵਾਜ਼ ਡਨ ਇਨ ਹੂਜ਼ ਲੀਡਰਸ਼ਿਪ। ਜਿਹੜਾ ਅਟੈਕ ਹੋਇਆ ਹੈ ਨਾ, ਤਾਂ ਚਿਤੌੜਗੜ੍ਹ ਆਰਸੈਲਰ 'ਤੇ ਜਿਹੜਾ ਅਟੈਕ ਹੋਇਆ ਉਹ ਸੂਰਿਆ ਸੇਨ ਦੀ ਲੀਡਰਸ਼ਿਪ ਦੇ ਵਿੱਚ ਕੀਤਾ ਗਿਆ ਸੀ। ਹੂ ਹੈਡ ਦਾ ਰੈਵਨਿਊ ਸੈਟਲਮੈਂਟ ਡਿਊਰਿੰਗ ਦਾ ਅਕਬਰ ਰੀਨ। ਅਕਬਰ ਦੀ ਰੀਨ ਦੇ ਵਿੱਚ ਰੈਵਨਿਊ ਦਾ ਜਿਹੜਾ ਕੰਮ ਹੈ ਕਿਸ ਨੂੰ ਦਿੱਤਾ ਗਿਆ? ਤਾਂ ਰੈਵਨਿਊ ਦਾ ਜਿਹੜਾ ਕੰਮ ਦਿੱਤਾ ਗਿਆ ਉਹ ਟੋਡਰਮਲ ਨੂੰ ਦਿੱਤਾ ਗਿਆ। ਹੂ ਫਸਟ ਵੋਇਸਡ ਦਾ ਆਈਡੀਆ ਆਫ ਸੈਪਰੇਟ ਮੁਸਲਿਮ ਸਟੇਟ ਆਫ ਇਨ ਇੰਡੀਆ। ਸਭ ਤੋਂ ਪਹਿਲਾਂ ਸੈਪਰੇਟ ਮੁਸਲਿਮ ਸਟੇਟ ਦਾ ਜਿਹੜਾ ਆਈਡੀਆ ਕਿਸ ਨੇ ਦਿੱਤਾ ਹੈ? ਤਾਂ ਮੁਹੰਮਦ ਇਕਬਾਲ ਨੇ ਜਿਹੜਾ ਸੈਪਰੇਟ ਮੁਸਲਿਮ ਸਟੇਟ ਦਾ ਆਈਡੀਆ ਦਿੱਤਾ ਹੈ। ਹੂ ਫਾਊਂਡਡ ਭਾਰਤ ਸੇਵਕ ਸਮਾਜ ਸਰਵੈਂਟਸ ਆਫ ਇੰਡੀਅਨ ਸੁਸਾਇਟੀ। ਜਿਹੜੀ ਭਾਰਤ ਸੇਵਕ ਸਮਾਜ ਹੈ, ਸਰਵੈਂਟਸ ਆਫ ਇੰਡੀਅਨ ਸੁਸਾਇਟੀ ਹੈ, ਕਿਸ ਦੇ ਦੁਆਰਾ ਸ਼ੁਰੂ ਕੀਤਾ ਗਿਆ? ਤਾਂ ਗੋਪਾਲ ਕ੍ਰਿਸ਼ਨ ਗੋਖਲੇ ਦੇ ਦੁਆਰਾ ਸ਼ੁਰੂ ਕੀਤਾ ਗਿਆ। ਬਾਈ ਹੂਮ ਵਾਜ਼ ਦਾ ਐਜੀਟੇਸ਼ਨ ਅਗੇਂਸਟ ਦਾ ਪਾਰਟੀਸ਼ਨ ਆਫ ਬੰਗਾਲ ਲੀਡ। ਤਾਂ ਬੰਗਾਲ ਦੀ ਪਾਰਟੀਸ਼ਨ ਜਦੋਂ 1905 ਦੇ ਵਿੱਚ ਲਾਰਡ ਕਰਜ਼ਨ ਦੇ ਦੁਆਰਾ ਕੀਤੀ ਗਈ ਹੈ ਤਾਂ ਉਸ ਟਾਈਮ 'ਤੇ ਇੱਕ ਐਜੀਟੇਸ਼ਨ ਹੁੰਦਾ, ਇੱਕ ਵਿਰੋਧ ਸ਼ੁਰੂ ਹੋ ਗਿਆ ਸੀ ਆਲ ਓਵਰ ਇੰਡੀਆ। ਤਾਂ ਉਹ ਕਿਤੇ ਲੋਕਾਂ ਨੇ ਕੀ ਕੀਤਾ ਸੀ, ਜਿਵੇਂ ਸਵਦੇਸ਼ੀ ਮੂਵਮੈਂਟ ਸ਼ੁਰੂ ਕਰਤੀ ਸੀ, ਅੰਗਰੇਜ਼ੀ ਬਾਈਕਾਟ ਸ਼ੁਰੂ ਕਰਤਾ ਸੀ ਅੰਗਰੇਜ਼ਾਂ ਦਾ। ਤਾਂ ਉਹ ਜਿਹੜੀ ਮੂਵਮੈਂਟ ਕਹਿੰਦਾ ਲੀਡ ਕਿਹਨੇ ਕੀਤੀ ਹੈ, ਸ਼ੁਰੂਆਤ ਕਿਹਨੇ ਕੀਤੀ ਹੈ? ਤਾਂ ਸਤਿੰਦਰ ਨਾਥ ਬੈਨਰਜੀ ਨੇ ਸ਼ੁਰੂਆਤ ਕੀਤੀ ਹੈ। ਨੈਕਸਟ ਕੁਐਸਚਨ ਦੇਖੋ, ਹੂ ਵਾਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਵਾਈਲ ਦਾ ਮਾਊਂਟਬੈਟਨ ਪਲਾਨ ਵਾਜ਼ ਐਕਸੈਪਟਡ। ਜਿਸ ਟਾਈਮ 'ਤੇ ਮਾਊਂਟਬੈਟਨ ਪਲਾਨ ਨੂੰ ਐਕਸੈਪਟ ਕੀਤਾ ਗਿਆ ਉਸ ਟਾਈਮ 'ਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਕੌਣ ਸੀ? ਤਾਂ ਉਸ ਟਾਈਮ 'ਤੇ ਜੋ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਸ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ JB ਕ੍ਰਿਪਲਨੀ ਹੈ। ਹੂ ਅਰਨਡ ਦਾ ਟਾਈਟਲ ਆਫ ਲਿਬਰੇਟੋਰ। ਲਿਬਰੇਟੋਰ ਦਾ ਟਾਈਟਲ ਕਿਸ ਨੇ ਅਰਨ ਕੀਤਾ ਹੈ? ਤਾਂ ਅਸ਼ੋਕਾ ਨੇ ਅਰਨ ਕੀਤਾ ਹੈ। ਹੂ ਵਾਜ਼ ਦਾ ਸ਼ੇਰ ਸ਼ਾਹਜ਼ ਰੀਅਲ ਨੇਮ। ਇੰਪੋਰਟੈਂਟ ਹੈ ਜੀ, ਸ਼ੇਰ ਸ਼ਾਹ ਦਾ ਰੀਅਲ ਨੇਮ ਕੀ ਸੀ? ਤਾਂ ਸ਼ੇਰ ਸ਼ਾਹ ਦਾ ਜਿਹੜਾ ਰੀਅਲ ਨੇਮ ਹੈ ਉਹ ਫਰੀਦ ਸੀ। ਨੈਕਸਟ ਹੈ, ਹੂ ਵਾਜ਼ ਦਾ ਮੁਗਲ ਐਂਪਰਰ ਟੂ ਹੈਵ ਲਿਫਟਿਡ ਦਾ ਜਜੀਆ ਔਨ ਹਿੰਦੂਜ਼। ਕਿਹੜਾ ਮੁਗਲ ਐਂਪਰਰ ਸੀ ਜੋ ਜਜੀਆ ਨੋਨ ਮੁਸਲਿਮ ਟੈਕਸ ਲਗਾਇਆ ਜਾਂਦਾ ਸੀ ਉਸਨੂੰ ਲਿਫਟ ਕਰਤਾ ਸੀ, ਉਸਨੂੰ ਚੱਕਤਾ ਸੀ? ਤਾਂ ਉਸਦਾ ਨਾਮ ਸੀ ਅਕਬਰ। ਹੂ ਇਜ਼ ਨੋਨ ਐਜ਼ ਦਾ ਫਾਦਰ ਆਫ ਇੰਡੀਆਜ਼ ਅਨਰੈਸਟ। ਮੋਸਟ ਇੰਪੋਰਟੈਂਟ ਕੁਐਸਚਨ ਹੈ, 3 ਸਟਾਰਸ ਨਾਲ ਇਹਨੂੰ ਮਾਰਕ ਕਰ ਲਓ। ਹੂ ਇਜ਼ ਨੋਨ ਐਜ਼ ਦਾ ਫਾਦਰ ਆਫ ਇੰਡੀਆਜ਼ ਅਨਰੈਸਟ? ਬਾਲ ਗੰਗਾਧਰ ਤਿਲਕ। ਨੈਕਸਟ ਕੁਐਸਚਨ ਹੈ, ਵਟ ਇਜ਼ ਦਾ ਸਬਜੈਕਟ ਮੈਟਰ ਆਫ ਦਾ ਉਪਨਿਸ਼ਦ। ਉਪਨਿਸ਼ਦ ਕਿਸ ਦੇ ਬਾਰੇ ਗੱਲ ਕਰਦੇ ਆ? ਤਾਂ ਰਿਲੀਜਨ ਦੇ ਬਾਰੇ। ਹੂ ਬਿਟਰੇਡ ਸਿਰਾਜ ਉਦੌਲਾ ਇਨ ਦਾ ਬੈਟਲ ਆਫ ਪਲਾਸੀ ਇਨ 1757। ਤਾਂ ਮੀਰ ਜਾਫਰ ਹੈ ਜਿਹੜਾ ਉਸਨੇ ਬਿਟਰੇ ਕੀਤਾ ਸੀ, ਮਤਲਬ ਧੋਖਾ ਦਿੱਤਾ ਸੀ। ਤਾਂ ਉਸ ਟਾਈਮ 'ਤੇ ਕੀ ਹੋਇਆ ਸੀ, ਸਿਰਾਜੁਦੌਲਾ ਜਿਹੜਾ ਉਹ ਹਾਰ ਗਿਆ ਸੀ, ਬੰਗਾਲ ਹੈ ਜਿਹੜਾ ਇਹਨਾਂ ਦੇ ਹੱਥੋਂ ਨਿਕਲ ਗਿਆ ਸੀ। ਠੀਕ ਹੈ, ਤਾਂ ਇੱਥੇ ਇਹੀ ਕੁਐਸਚਨ ਪੁੱਛਿਆ ਗਿਆ ਸੀ ਵੀ ਬਿਟਰੇ ਮਤਲਬ ਧੋਖਾ ਕਿਹਨੇ ਦਿੱਤਾ ਹੈ? ਤਾਂ ਮੀਰ ਜਾਫਰ ਨੇ। ਹੂ ਵਾਜ਼ ਦਾ ਰੀਜੈਂਟ ਆਫ ਅਕਬਰ। ਅਕਬਰ ਦਾ ਰੀਜੈਂਟ ਕੌਣ ਸੀ? ਤਾਂ ਬਹਿਰਾਮ ਖਾਨ। ਨੈਕਸਟ ਹੈ, ਹੂ ਸਟੇਟਿਡ ਦੈਟ ਦੇਰ ਵਾਜ਼ ਨੋ ਸਲੇਵਰੀ ਇਨ ਇੰਡੀਆ। ਇਹ ਕਿਸ ਨੇ ਕਿਹਾ ਸੀ ਕਿ ਇੰਡੀਆ ਦੇ ਵਿੱਚ ਜਿਹੜੀ ਸਲੇਵਰੀ ਹੈ ਉਹ ਨਹੀਂ ਹੈਗੀ? ਤਾਂ ਆਨਸਰ ਆਏਗਾ ਮੈਗਨਥੀਜ਼ ਨੇ ਕਿਹਾ ਜੋ ਇੰਡੀਆ ਦੇ ਵਿੱਚ ਸਲੇਵਰੀ ਹੈ ਉਹ ਨਹੀਂ ਹੈਗੀ। ਤਾਂ ਇਹੀ ਉਹਨੇ ਕੁਐਸਚਨ ਪੁੱਛਿਆ ਵੀ ਕਿਸ ਨੇ ਕਿਹਾ। ਐਕਚੁਅਲ ਦੇ ਵਿੱਚ ਕੀ ਹੈ, ਮੈਗਨਥੀਜ਼ ਹੈ ਜਿਹੜਾ ਜਦੋਂ ਉਹ ਆਇਆ ਸੀ ਇੰਡੀਆ ਦੇ ਵਿੱਚ ਤਾਂ ਉਹਨੇ ਇੱਕ ਬੁੱਕ ਲਿਖੀ ਸੀ ਜਿਸ ਦਾ ਨਾਮ ਸੀ ਇੰਡੀਕਾ, ਔਰ ਉਸ ਬੁੱਕ ਦੇ ਵਿੱਚ ਉਹਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਇੰਡੀਆ ਦੇ ਵਿੱਚ ਹੈ ਜਿਹੜੀ ਉਹ ਸਲੇਵਰੀ ਉਹ ਨਹੀਂ ਹੈਗੀ। ਨੈਕਸਟ ਹੈ, ਲੇਟ ਰਾਜਾ ਰਵੀ ਵਰਮਾ ਵਾਜ਼ ਐਮੀਨੈਂਟ ਫਿਗਰ ਇਨ ਵਿਚ ਫੀਲਡ। ਜਿਹੜਾ ਲੇਟ ਰਾਜਾ ਰਵੀ ਵਰਮਾ ਹੈ ਉਹ ਕਿਹੜੀ ਐਮੀਨੈਂਟ ਫਿਗਰ ਹੈ, ਕਿਹੜੀ ਫੀਲਡ ਦੇ ਵਿੱਚ ਹੈ? ਤਾਂ ਪੇਂਟਿੰਗ ਦੇ ਵਿੱਚ ਹੈ। ਨੈਕਸਟ ਕੁਐਸਚਨ ਹੈ, ਡਿਊਰਿੰਗ ਹੂਜ਼ ਵਾਇਸਰਾਏ ਕੁਈਨ ਵਿਕਟੋਰੀਆ ਵਾਜ਼ ਕਰਾਊਂਡ ਵਿਦ ਕੇਸਰੇ ਹਿੰਦ ਇਨ ਦਿੱਲੀ ਦਰਬਾਰ। ਤਾਂ ਜਿਸ ਉਸਦਾ ਆਨਸਰ ਹੈ ਉਹ ਲੋਰਡ ਲਿਟਨ ਹੈ, ਵੀ ਲੋਰਡ ਲਿਟਨ ਦੀ ਵਾਇਸਰਾਏ ਵਿੱਚ ਕੇਸਰੇ ਹਿੰਦ ਕੁਈਨ ਵਿਕਟੋਰੀਆ ਵਾਜ਼ ਕਰਾਊਂਡ ਵਿਦ ਕੇਸਰੇ ਹਿੰਦ ਇਨ ਦਿੱਲੀ ਦਰਬਾਰ। ਆਹੀ ਸੀ, ਲੋਰਡ ਲਿਟਨ ਦੇ ਵਾਇਸਰਾਏਸ਼ਿਪ ਦੇ ਵਿੱਚ ਕੁਈਨ ਵਿਕਟੋਰੀਆ ਨੂੰ ਜਿਹੜਾ ਕਰਾਊਨ ਮਤਲਬ ਉਹਨੂੰ ਪਹਿਨਾਇਆ ਗਿਆ ਕੇਸਰੇ ਹਿੰਦ ਦਿੱਲੀ ਦਰਬਾਰ ਦੇ ਵਿੱਚ। ਨੈਕਸਟ ਹੈ, ਵੇਅਰ ਡਿਡ ਪੈਰਲਰ ਗਵਰਨਮੈਂਟ
ਫੋਮ ਡਿਊਰਿੰਗ ਕੁਇਟ ਇੰਡੀਆ ਮੂਵਮੈਂਟ ਦੇ ਟਾਈਮ ਪੈਰਲਰ ਗਵਰਨਮੈਂਟ ਹੈ ਜਿਹੜੀ ਉਹ ਕਿੱਥੇ ਫੋਮ ਹੋਈ ਸੀ? ਕੁਇਟ ਇੰਡੀਆ ਮੂਵਮੈਂਟ ਮਤਲਬ ਭਾਰਤ ਛੱਡੋ ਅੰਦੋਲਨ, ਉਦੋਂ ਮਹਾਤਮਾ ਗਾਂਧੀ ਨੇ ਕਰੋ ਜਾਂ ਮਰੋ ਦਾ ਨਾਅਰਾ ਵੀ ਲਾਇਆ ਸੀ, ਤਾਂ ਬਲੀਆ ਦੇ ਵਿੱਚ ਜਿਹੜੀ ਪੈਰਲਰ ਗਵਰਨਮੈਂਟ ਸ਼ੁਰੂ ਹੋ ਗਈ ਸੀ। ਹੂ ਵਾਜ਼ ਦਾ ਫਸਟ ਐਸਟੀਮੇਟ ਆਫ ਨੈਸ਼ਨਲ ਇਨਕਮ ਇਨ ਇੰਡੀਆ? ਕਿਹੜਾ ਪਰਸਨ ਸੀ ਜਿਹਨੇ ਵੈਰੀ ਫਸਟ ਟਾਈਮ ਨੈਸ਼ਨਲ ਇਨਕਮ ਇੰਡੀਆ ਦੀ ਜਿਹੜੀ ਉਹਦਾ ਇੱਕ ਐਸਟੀਮੇਟ ਲਗਾਇਆ ਸੀ, ਤਾਂ ਉਸਦਾ ਨਾਮ ਸੀ ਦਾਦਾ ਭਾਈ ਨਰੋਜੀ। ਹੂ ਵਾਜ਼ ਦਾ ਓਲਡੈਸਟ ਬ੍ਰਿਟਿਸ਼ ਮੋਨਾਰਕ ਟੂ ਸਿਟ ਔਨ ਦਾ ਥਰੋਨ? ਕਹਿੰਦਾ ਵੀ ਸਭ ਤੋਂ ਬਜ਼ੁਰਗ ਓਲਡੈਸਟ ਵੱਡੀ ਏਜ ਦਾ ਬ੍ਰਿਟਿਸ਼ ਮੋਨਾਰਕ ਮਤਲਬ ਹੈੱਡ ਕੌਣ ਸੀ ਜਿਹੜਾ ਗੱਦੀ ਤੇ ਬੈਠਾ? ਥਰੋਨ ਮਤਲਬ ਗੱਦੀ। ਐਲਿਜ਼ਾਬੈਥ ਟੂ। A forgotten empire written by the renowned historian Robert Sewell is about which empire? ਕਹਿੰਦਾ ਇੱਕ forgotten empire ਨਾਮ ਹੈ, ਠੀਕ ਹੈ। ਕਹਿੰਦਾ ਇਹ ਜਿਹੜੀਆਂ ਰਾਈਟਿੰਗ ਲਿਖੀ ਗਈ ਹੈ forgotten empire ਕਿਹਦੇ ਦੁਆਰਾ ਲਿਖੀ ਗਈ ਹੈ? ਤੇ ਵਿਜੇ ਨਗਰ ਦਾ ਜਿਹੜਾ ਅੰਪਾਇਰ ਆ ਉਸ ਦੇ ਦੁਆਰਾ, ਉਸ ਦੇ ਬਾਰੇ ਲਿਖੀ ਗਈ ਹੈ। ਔਰ ਕਿਸ ਨੇ ਲਿਖੀ ਹੈ? ਲਿਖੀ ਹੈ ਰੋਬਰਟ ਸੈਵਲ ਨੇ ਵਿਜੇ ਨਗਰ ਅੰਪਾਇਰ ਦੇ ਬਾਰੇ। ਨੈਕਸਟ ਹੈ ਮੁਸਲਿਮ ਲੀਗ ਦੀ ਸਥਾਪਨਾ 1906 ਦੇ ਵਿੱਚ ਹੋਈ ਸੀ। Who was responsible for the integration of Indian princely state? ਸਰਦਾਰ ਪਟੇਲ, ਸਰਦਾਰ ਵੱਲਭ ਪਟੇਲ ਇਸ ਨੇ ਹੀ ਸਟੇਟਸ ਨੂੰ ਇਕੱਠਾ ਕੀਤਾ ਹੈ, ਤਾਂ ਇਸੇ ਕਰਕੇ ਇਹਨਾਂ ਨੂੰ ਆਇਰਨ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ। Who advocated the policy of abolishing princely state in free India? ਕਹਿੰਦੇ ਕਿਸ ਨੇ ਇਸ ਚੀਜ਼ ਨੂੰ ਐਡਵੋਕੇਟ ਕੀਤਾ ਸੀ ਕਿ the policy of abolishing princely state in free India? ਤਾਂ ਜਵਾਹਰ ਲਾਲ ਨਹਿਰੂ। With whom did Al-Biruni come to India? most important question ਹੈ। ਅਗੇਨ ਮੈਂ ਕਹਿ ਰਿਹਾ 3 ਸਟਾਰ ਲਗਾ ਲਓ, ਤੁਸੀਂ ਇਹਨੂੰ ਨੋਟ ਕਰ ਲਓ ਅਲੱਗ ਤੋਂ। ਮਹਿਮੂਦ ਆਫ ਗਜਵਨੀ ਜਾਂ ਗਜਨੀ, ਇਸ ਨੇ ਨਾਲ ਅਲ-ਬਰੂਨੀ ਇੰਡੀਆ ਦੇ ਵਿੱਚ ਆਇਆ ਸੀ। Who proposed the name ਪਾਕਿਸਤਾਨ? ਪਾਕਿਸਤਾਨ ਨੇਮ ਕਿਸ ਨੇ ਦਿੱਤਾ ਹੈ? ਤਾਂ ਚੌਧਰੀ ਰਹਿਮਤ ਅਲੀ ਨੇ ਦਿੱਤਾ ਹੈ। In which year did Congress lose its monopoly of power in the state for the first time after the election? ਇੱਥੇ ਤੁਹਾਨੂੰ ਮੈਂ ਇੱਕ ਇੰਪੋਰਟੈਂਟ ਗੱਲ ਦੱਸਦਾ। ਅਗਰ ਕਿਹਾ ਜਾਵੇ ਜਿਸ ਟਾਈਮ 'ਤੇ ਦੇਸ਼ ਦੀ ਵੰਡ ਹੋਈ ਹੈ ਤਾਂ ਕਾਂਗਰਸ ਸਟੇਟ ਦੇ ਵਿੱਚ ਮੋਨੋਪਲੀ ਕਦੋਂ ਹਾਰੀ ਹੈ ਪਹਿਲੀ ਵਾਰੀ? ਤਾਂ 1967 ਆਏਗਾ। ਅਗਰ ਕਿਹਾ ਜਾਵੇ ਕਾਂਗਰਸ ਪਾਰਲੀਮੈਂਟ ਦੇ ਵਿੱਚ ਮਤਲਬ ਸੈਂਟਰ ਦੇ ਵਿੱਚ ਮੋਨੋਪਲੀ ਕਦੋਂ ਹਾਰੀ ਹੈ, ਮਤਲਬ ਉਹਨਾਂ ਦੇ ਹੱਥੋਂ ਮੋਨੋਪਲੀ ਗਈ ਹੈ, ਜਿਹੜਾ ਮੋਨੋਪਲੀ ਹੁੰਦਾ ਮਤਲਬ ਬਹੁਮਤ ਉਹਨਾਂ ਦੇ ਹੱਥੋਂ ਗਿਆ ਹੈ, ਤਾਂ ਉਹ 1977 ਆਏਗਾ, ਠੀਕ ਹੈ। ਕਿਉਂਕਿ 1975 ਤੋਂ 77 ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਈ ਗਈ ਸੀ, ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਬਦਲਣੇ ਸ਼ੁਰੂ ਹੋ ਗਏ ਸੀ, ਤਾਂ 77 ਦੇ ਵਿੱਚ ਕਾਂਗਰਸ ਹਾਰੀ ਸੀ। ਨੈਕਸਟ ਵੇਅਰ ਦੇਰ ਇਜ਼ ਨੋ ਲਾਅ ਦੇਰ ਇਜ਼ ਨੋ ਫਰੀਡਮ, ਇਹ ਜਿਹੜੀਆਂ ਲਾਈਨਸ ਹੈ ਕਿਸ ਨੇ ਕਹੀਆਂ? ਤਾਂ ਜੋਨ ਲੋਕੀ ਨੇ ਲਾਈਨਸ ਕਹੀਆਂ ਕਿ ਵੇਅਰ ਦੇਰ ਇਜ਼ ਨੋ ਲਾਅ ਦੇਰ ਇਜ਼ ਨੋ ਫਰੀਡਮ। ਯਾਦ ਰੱਖਿਓ, ਇੰਪੋਰਟੈਂਟ ਹੈ। ਨੈਕਸਟ ਹੂ was the famous Indo-Greek king who embraced Buddhism? Indo-Greek, ਹੁਣ Indo-Greek ਇੰਡੀਆ ਤੇ ਗ੍ਰੀਕ ਦਾ ਕਿੰਗ ਹੈ ਜਿਨਨੇ ਐਮਬਰੇਸ ਬੁੱਧਿਜ਼ਮ ਨੂੰ ਐਮਬਰੇਸ ਕੀਤਾ ਹੈ, ਤਾਂ ਮਨਿੰਦਰ। ਨੈਕਸਟ who destroyed the group of 40 nobles? ਬਲਬਨ। ਇਹ ਤੁਹਾਨੂੰ ਦੱਸਦਾ ਐਕਚੁਅਲ 'ਚ ਕੀ ਸੀਗਾ ਜੀ। 40 ਨੋਬਲ ਦਾ ਮਤਲਬ ਹੈ ਚਾਲੀਸਾ ਇੱਕ ਨਾ ਸਿਸਟਮ ਚੱਲਦਾ ਹੁੰਦਾ ਸੀ, ਚਾਲੀਸਾ ਸਲੇਵ ਡਾਇਨੈਸਟੀ ਦੇ ਟਾਈਮ ਸੀ। ਹਾਂ, ਬਲਬਨ ਨੇ ਕੀ ਕੀਤਾ ਸੀ? ਚਾਲੀਸਾ ਨੂੰ ਤੋੜ ਕੇ 40 ਨੋਬਲ ਮਤਲਬ ਚਾਲੀਸਾ ਨੂੰ ਤੋੜ ਕੇ ਆਪ ਖੁਦ ਹੈੱਡ ਬਣ ਗਿਆ ਸੀ, ਕਿਉਂਕਿ ਬਲਬਨ ਹੈ ਜਿਹੜਾ ਉਹ ਚਾਲੀਸਾ ਦਾ ਹੀ ਮੈਂਬਰ ਸੀ। ਤਾਂ ਇਹੀ ਉਹਨਾਂ ਨੇ ਕੁਐਸਚਨ ਪੁੱਛਿਆ, ਹੂ ਡਿਸਟਰੋਏ ਦਾ ਗਰੁੱਪ ਆਫ 40 ਨੋਬਲ? ਤਾਂ ਬਲਬਨ। ਨੈਕਸਟ whom was first Muslim invasion of ਲੀਡ? ਜਿਹਨੇ ਇੰਡੀਆ ਤੇ ਲੀਡ ਕੀਤਾ ਤਾਂ ਮੁਹੰਮਦ ਬਿਨ ਕਾਸਿਮ। ਇਨ ਵਿਚ ਬੈਟਲ ਡਿਡ ਨਾਦਰ ਸ਼ਾਹ ਡਿਫੀਟਡ ਮੁਹੰਮਦ ਸ਼ਾਹ? ਕਰਨਾਲ ਦੀ ਬੈਟਲ ਦੇ ਵਿੱਚ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਨੂੰ ਹਰਾਇਆ। Who was the writer of Indian War of Independence? V.D. ਸਰਵਾਰਕਰ। ਪੰਜਾਬ ਦੇ PPSC ਕੋਆਪਰੇਟਿਵ ਇੰਸਪੈਕਟਰ ਦੇ ਵਿੱਚ 3 ਵਾਰ ਕੁਐਸਚਨ ਆਇਆ, ਪਲੱਸ 2 ਵਾਰ ਜਿਹੜਾ ਉਹ ਅਦਰ ਐਗਜ਼ਾਮ ਦੇ ਵਿੱਚ ਆਇਆ, ਲਾਈਕ ਜਿਵੇਂ PSPCL ਦੇ ਵਿੱਚ ਵੀ ਲਾਸਟ ਟਾਈਮ ਪੁੱਛਿਆ ਗਿਆ ਸੀ। Who was the writer of Indian War of Independence? ਤਾਂ V.D. ਸਰਵਾਰਕਰ। ਇਨ ਇੰਡੀਆ ਵੇਅਰ ਡਿਡ ਦਾ ਡੱਚ ਐਸਟੈਬਲਿਸ਼ ਦੇਅਰ ਅਰਲੀਐਸਟ ਫੈਕਟਰੀ? ਤਾਂ ਡੱਚ ਨੇ ਇੰਡੀਆ ਦੇ ਵਿੱਚ ਕਿੱਥੇ ਅਰਲੀਐਸਟ ਫੈਕਟਰੀ ਹੈ ਜਿਹੜੀ ਉਹ ਐਸਟੈਬਲਿਸ਼ ਕੀਤੀ? ਤਾਂ ਮਸੂਲੀਪਟਨਮ ਹੈ। ਮਸੂਲੀਪਟਨਮ ਆਂਧਰਾ ਪ੍ਰਦੇਸ਼ ਦੇ ਵਿੱਚ ਹੈ। ਅਗਰ ਪੁੱਛਿਆ ਜਾਵੇ ਕਦੋਂ ਐਸਟੈਬਲਿਸ਼ ਕੀਤੀ ਤਾਂ ਆਪਣਾ ਆਨਸਰ ਆਏਗਾ 1605 ਦੇ ਵਿੱਚ। ਵੇਅਰ ਵਾਜ਼ ਫਸਟ ਮਦਰਸਾ ਸੈਟ ਅਪ ਬਾਈ ਬ੍ਰਿਟਿਸ਼ ਇਨ ਇੰਡੀਆ? ਪਹਿਲੀ ਵਾਰੀ ਮਦਰਸਾ ਬ੍ਰਿਟਿਸ਼ਰ ਦੇ ਦੁਆਰਾ ਕਿੱਥੇ ਐਸਟੈਬਲਿਸ਼ ਕੀਤਾ ਗਿਆ? ਤਾਂ ਕਲਕੱਤਾ ਦੇ ਵਿੱਚ। ਹੂ ਵਾਜ਼ ਫਸਟ ਸਪੀਕਰ ਆਫ ਇੰਡੀਪੈਂਡੈਂਟ ਇੰਡੀਆ? ਇੰਡੀਪੈਂਡੈਂਟ ਇੰਡੀਆ ਦਾ ਪਹਿਲਾ ਸਪੀਕਰ ਕੌਣ ਸੀ? ਤਾਂ G.V. ਮਵਾਨਕਰ ਹੈ ਜਿਹੜਾ ਇੰਡੀਪੈਂਡੈਂਟ ਇੰਡੀਆ ਦਾ ਪਹਿਲਾ ਸਪੀਕਰ ਸੀ।
ਜਾਂ ਕਈ ਵਾਰੀ ਐਵੇਂ ਵੀ ਕਹਿ ਦਿੰਦਾ ਲੋਕ ਸਭਾ ਦਾ ਪਹਿਲਾ ਸਪੀਕਰ, ਕਿਉਂਕਿ ਲੋਕ ਸਭਾ ਦਾ ਹੈਡ ਹੀ ਸਪੀਕਰ ਹੁੰਦਾ, ਤਾਂ ਕੌਣ ਸੀ, ਤਾਂ ਜੀ.ਵੀ. ਮਵਾਲਕਰ, ਫਿਰ ਵੀ ਆਨਸਰ ਆਊਗਾ। ਹੂ ਇਜ਼ ਐਸੋਸੀਏਟਿਡ ਵਿਦ ਤਾਸ਼ਕੰਤ ਐਗਰੀਮੈਂਟ, ਲਾਲ ਬਹਾਦਰ ਸ਼ਾਸਤਰੀ ਹੈ ਜੀ। 1962 ਦੇ ਵਿੱਚ ਤਾਸ਼ਕੰਤ ਐਗਰੀਮੈਂਟ ਹੋਇਆ, ਜਦੋਂ ਇੰਡੋ ਚਾਈਨਾ ਵਾਰ ਖਤਮ ਹੋਈ ਹੈ, ਉਸ ਤੋਂ ਬਾਅਦ ਜਿਹੜਾ ਐਗਰੀਮੈਂਟ ਸਾਈਨ ਹੋਇਆ ਉਹਨੂੰ ਤਾਸ਼ਕੰਤ ਐਗਰੀਮੈਂਟ ਕਹਿ ਦਿੰਦੇ ਹਨ, ਅਤੇ ਉਹਦੇ ਨਾਲ ਰਿਲੇਟਿਡ ਲਾਲ ਬਹਾਦਰ ਸ਼ਾਸਤਰੀ ਜੀ ਹੈ। ਹੂ ਵਾਜ਼ ਦਾ ਡੋਟਰ ਆਫ ਐਂਪਰਰ ਔਰੰਗਜ਼ੇਬ, ਤਾਂ ਜੇਬੂਨੀਸਾ, ਇਹ ਵੀ ਪੇਪਰ 'ਚ ਕਈ ਵਾਰੀ ਕੁਐਸਚਨ ਆਇਆ ਵੀ ਜੇਬੂਨੀਸਾ ਔਰੰਗਜ਼ੇਬ ਦੀ ਡੋਟਰ ਸੀ। ਨੈਕਸਟ, ਹੂ ਵਾਜ਼ ਦਾ ਫਸਟ ਇੰਡੀਅਨ ਹਿੰਦੀ ਸਕੋਲਰ ਆਫ ਦਾ ਮੁਗਲ ਪੀਰੀਅਡ, ਅਬਦੁਰ ਰਹੀਮ, ਇੱਕ ਹਿੰਦੀ ਸਕੋਲਰ ਸੀ, ਹਿੰਦੀ ਸਕੋਲਰ ਅਬਦੁਰ ਰਹੀਮ। ਨੈਕਸਟ, ਹੂ ਵਾਜ਼ ਦਾ ਗਵਰਨਰ ਜਨਰਲ ਵੈਨ ਦਾ ਫਸਟ ਐਂਗਲੋ ਬਰਮੀਜ਼ ਵਾਰ ਵਾਜ਼ ਸਟਾਰਟਿਡ, ਜਿਸ ਟਾਈਮ ਤੇ ਪਹਿਲੀ ਐਂਗਲੋ ਮਤਲਬ ਅੰਗਰੇਜ਼, ਬਰਮੀਜ਼ ਮਤਲਬ ਬਰਮਾ, ਅੰਗਰੇਜ਼ਾਂ ਤੇ ਬਰਮਾ ਦੀ ਜਦੋਂ ਪਹਿਲੀ ਲੜਾਈ ਹੋਈ ਹੈ ਉਸ ਟਾਈਮ ਤੇ ਕੌਣ ਸੀ, ਤਾਂ ਲੋਰਡ ਐਮਬ੍ਰੈਸਟ। ਵਿਚ ਰੂਲਰ ਹੈਡ ਗ੍ਰਾਂਟਿੰਗ ਦੀਵਾਨੀ ਟੂ ਈਸਟ ਇੰਡੀਆ ਕੰਪਨੀ, ਸ਼ਾਹ ਆਲਮ ਟੂ ਨੇ ਈਸਟ ਇੰਡੀਆ, ਜਦੋਂ ਇਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਹੈ ਤਾਂ ਉਸ ਟਾਈਮ ਤੇ ਕੀ ਡਿਸਾਈਡ ਕੀਤਾ ਗਿਆ ਸੀ ਵੀ ਜਿਹੜਾ ਸ਼ਾਹ ਆਲਮ ਟੂ ਨੂੰ ਦੇ ਨਾਲ ਸੀਗਾ ਜਿਸ ਟਾਈਮ ਤੇ ਇਹਨਾਂ ਦਾ ਸਮਝੌਤਾ ਹੈ ਹੈ ਨਾ, ਤਾਂ ਉਸ ਟਾਈਮ ਤੇ ਇਹ ਜਿਹੜਾ ਸ਼ਾਹ ਆਲਮ ਟੂ ਨੇ ਇਹ ਗੱਲ ਕਹੀ ਸੀ ਕਿ ਮੈਂ ਜਿਹੜਾ ਦੀਵਾਨੀ ਦਾ ਰਾਈਟ ਆ, ਉਹ ਰਾਈਟ ਹੈ ਉਹ ਈਸਟ ਇੰਡੀਆ ਕੰਪਨੀ ਨੂੰ ਦੇਣਾ। ਐਕਚੁਅਲ ਦੇ ਵਿੱਚ ਹੁੰਦਾ ਕੀ ਸੀ, ਟੈਕਸ ਵਗੈਰਾ ਸਾਰਾ ਕੰਮ ਐਕਚੁਅਲ ਦੇ ਵਿੱਚ ਨਾ ਬੰਗਾਲ 'ਚ ਨੀਅਰ ਅਬਾਊਟ 1665 ਦੇ ਵਿੱਚ ਡਿਊਲ ਗਵਰਨਮੈਂਟ ਆਈ ਸੀ, ਜਿਹਨੂੰ ਡਰਿਆਰਕੀ ਕਹਿ ਦਿੰਦੇ ਸੀ। ਕੀ ਸੀ ਵੀ ਨਵਾਬ ਦੇ ਕੋਲ ਉਸ ਟਾਈਮ ਤੇ ਸਿਰਫ ਨਵਾਬ ਬਣਾਇਆ ਗਿਆ ਸੀ ਸ਼ਾਹ ਆਲਮ ਟੂ ਨੂੰ, ਨਵਾਬ ਦੇ ਕੋਲ ਸਿਰਫ ਆ ਜਾਂਦਾ ਸੀ ਅਧਿਕਾਰ ਕਿ ਉਹ ਐਡਮਿਨਿਸਟ੍ਰੇਟ ਕਰੇਗਾ, ਬਾਕੀ ਜੋ ਟੈਕਸ ਕਲੈਕਸ਼ਨ ਦਾ ਅਧਿਕਾਰ ਹੈ, ਜੁਡੀਸ਼ਰੀ ਦਾ ਅਧਿਕਾਰ ਹੈ, ਸੈਨਾ ਦਾ ਅਧਿਕਾਰ ਹੈ, ਸਭ ਕੁਛ ਈਸਟ ਇੰਡੀਆ ਕੰਪਨੀ ਦੇ ਹੱਥ ਸੀ। ਲੇਕਿਨ ਰਾਜ ਲੈਣ ਦੇ ਲਈ, ਨਹੀਂ ਤਾਂ ਉਹਨੂੰ ਰਾਜ ਹੀ ਨਾ ਮਿਲਦਾ, ਤਾਂ ਬੰਗਾਲ ਦਾ ਰਾਜ ਲੈਣ ਦੇ ਲਈ ਸ਼ਾਹ ਆਲਮ ਟੂ ਨੇ ਦੀਵਾਨੀ ਰਾਈਟ ਹੈ ਜਿਹੜੀ ਈਸਟ ਇੰਡੀਆ ਕੰਪਨੀ ਨੂੰ ਸੌਂਪਦੇ ਸੀ। ਹੂ ਰੋਟ ਦਾ ਸੌਂਗ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਮੁਹੰਮਦ ਇਕਬਾਲ ਨੇ ਲਿਖਿਆ। ਕੁਇਟ ਇੰਡੀਆ ਮੂਵਮੈਂਟ ਸਟਾਰਟਿਡ ਆਫਟਰ ਦਾ ਫੇਲੀਅਰ ਆਫ ਵਿਚ ਪ੍ਰਪੋਜ਼ਲ, ਕਿਹੜੇ ਪ੍ਰਪੋਜ਼ਲ ਤੋਂ ਬਾਅਦ ਕੁਇਟ ਇੰਡੀਆ ਮੂਵਮੈਂਟ ਹੈ ਜਿਹੜੀ ਸ਼ੁਰੂ ਹੋ ਗਈ ਸੀ, ਤਾਂ ਕ੍ਰਿਪਸ ਪ੍ਰਪੋਜ਼ਲ ਤੋਂ ਬਾਅਦ, ਜਿਸ ਨੂੰ ਕ੍ਰਿਪਸ ਮਿਸ਼ਨ ਵੀ ਕਿਹਾ ਜਾਂਦਾ ਹੈ। ਨੈਕਸਟ ਹੈ, ਵੈਨ ਵਾਜ਼ ਦਾ ਈਸਟ ਇੰਡੀਆ ਕੰਪਨੀ ਕੇਮ ਇਨ ਟੂ ਐਗਜ਼ਿਸਟੈਂਟ ਬਾਈ ਹੂਮ ਵਾਜ਼ ਇੰਗਲੈਂਡ ਵਾਜ਼ ਰੂਲਡ, ਜਦੋਂ ਈਸਟ ਇੰਡੀਆ ਕੰਪਨੀ ਬਣੀ ਹੈ ਤਾਂ ਉਦੋਂ ਇੰਗਲੈਂਡ 'ਤੇ ਰਾਜ ਕੌਣ ਕਰ ਰਿਹਾ ਸੀ, ਤਾਂ ਟੂਡੋਰਸ ਇੰਗਲੈਂਡ 'ਤੇ ਜਿਹੜਾ ਉਹ ਰਾਜ ਕਰ ਰਿਹਾ ਸੀ। ਅਗੇਂਸਟ ਹੂਮ ਡਿਡ ਗਾਂਧੀ ਜੀ ਸਟਾਰਟਿਡ ਸੱਤਿਆਗ੍ਰਹਿ ਮੂਵਮੈਂਟ ਇਨ 1919 ਇਨ ਪ੍ਰੋਟੈਸਟ, ਮੈਂ ਇਸ ਚੀਜ਼ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਨਾ ਤਾਂ ਮੈਂ ਆਨਸਰ ਨਹੀਂ ਦਿੱਤਾ। ਐਕਚੁਅਲ 'ਚ ਕੀ ਸੀਗਾ, ਇੰਡੀਆ ਦੇ ਵਿੱਚ ਨਾ, ਆਪਣੇ ਇੰਡੀਆ ਦੇ ਵਿੱਚ 1919 ਦੇ ਵਿੱਚ ਮੌਂਟੈਗਿਓ ਚੈਲਮਸਫੋਰਡ ਐਕਟ ਆਇਆ ਸੀ। ਉਸ ਤੋਂ ਬਾਅਦ ਜਿਹੜਾ ਜੱਲਿਆਂਵਾਲੇ ਬਾਗ ਦੀ ਘਟਨਾ ਹੁੰਦੀ ਹੈ, ਹੈ ਨਾ, ਰੋਲ ਟੈਕਟ ਦੇ ਅਗੇਂਸਟ, ਜਦੋਂ ਜੱਲਿਆਂਵਾਲੇ ਬਾਗ ਦੀ ਘਟਨਾ ਹੁੰਦੀ ਹੈ ਤਾਂ ਨਿਰਦੋਸ਼ ਬਹੁਤ ਸਾਰੇ ਲੋਕ ਮਾਰੇ ਜਾਂਦੇ ਆ, ਹੈ ਨਾ। ਇਹਦੇ 'ਚ ਉਸ ਟਾਈਮ 'ਤੇ ਕੀ ਸੀਗਾ, ਮਹਾਤਮਾ ਗਾਂਧੀ ਨੇ ਅਤੇ ਜਵਾਹਰ ਲਾਲ ਨਹਿਰੂ ਨੇ, ਸਾਰੇ ਲੀਡਰਸ ਜਿੰਨੇ ਵੀ ਵੱਡੇ ਲੀਡਰ ਸੀਗੇ, ਰਵਿੰਦਰ ਨਾਥ ਟੈਗੋਰ ਹੋ ਗਏ, ਇਹਨਾਂ ਨੇ ਪ੍ਰੋਟੈਸਟ ਸ਼ੁਰੂ ਕਰਤਾ ਸੀ। ਤਾਂ ਉੱਥੇ ਇਹ ਪੁੱਛਿਆ ਗਿਆ ਸੀ ਵੀ ਮਹਾਤਮਾ ਗਾਂਧੀ ਨੇ ਪੁੱਛਿਆ ਵੀ ਸੱਤਿਆਗ੍ਰਹਿ ਕਿਸ ਦੇ ਰਿਗਾਰਡਿੰਗ ਕੀਤਾ, ਤਾਂ ਬ੍ਰਿਟਿਸ਼ ਗਵਰਨਮੈਂਟ ਦੇ ਰਿਗਾਰਡਿੰਗ ਕੀਤਾ, ਔਰ ਜਿਹੜਾ ਇਹ ਪ੍ਰੋਟੈਸਟ ਹੈ ਇਹ ਇਹਦੇ ਰਿਗਾਰਡਿੰਗ ਸੀ ਵੀ ਜੱਲਿਆਂਵਾਲੇ ਬਾਗ ਦਾ ਜਿਹੜਾ ਸੱਤਿਆਗ੍ਰਹਿ, ਜੱਲਿਆਂਵਾਲੇ ਬਾਗ ਦੀ ਜਿਹੜੀ ਘਟਨਾ ਹੋਈ ਹੈ ਉਹਦੇ ਅਗੇਂਸਟ ਪ੍ਰੋਟੈਸਟ ਕੀਤਾ ਸੀ। ਬਾਈ ਹੂਮ ਵਾਜ਼ ਦਾ ਸਿਟੀ ਆਫ ਆਗਰਾ ਫਾਊਂਡਿਡ, 1504 'ਚ ਆਗਰਾ ਸਿਟੀ ਬਣੀ ਹੈ ਔਰ ਸਿਕੰਦਰ ਲੋਧੀ ਨੇ ਬਣਾਈ ਹੈ। ਨੈਕਸਟ, ਹੂ ਵਾਜ਼ ਦਾ ਫਸਟ ਗਵਰਨਰ ਆਫ ਪੋਰਤੁਗੀਜ਼ ਇਨ ਇੰਡੀਆ, ਪੋਰਤੁਗੀਜ਼ 1498 ਦੇ ਵਿੱਚ ਇੰਡੀਆ 'ਚ ਆਏ ਹੈ, ਮਾਲਾਬਾਰ ਕੋਸਟ 'ਤੇ ਆਏ ਹੈ, ਔਰ ਫਸਟ ਗਵਰਨਰ ਕੌਣ ਸੀ ਉਹਨਾਂ ਦਾ, ਡੀ ਐਲਮੀਡੀਆ। ਮੈਨ ਦਾ ਮੇਕਰ ਆਫ ਹਿਜ਼ ਓਨ ਡੈਸਟੀਨੀ ਬੁੱਕ ਵਾਜ਼ ਰਿਟਨ ਬਾਈ ਵਿਚ ਪਰਸਨ, ਸਵਾਮੀ ਵਿਵੇਕਾਨੰਦ ਜੀ ਨੇ ਲਿਖੀ ਹੈ। ਇਨ ਵਿਚ ਈਅਰ ਮਹਾਤਮਾ ਗਾਂਧੀ ਵਾਜ਼ ਫਸਟ ਅਰੈਸਟਡ ਡਿਊਰਿੰਗ ਸੱਤਿਆਗ੍ਰਹਿ, ਮਹਾਤਮਾ ਗਾਂਧੀ ਜਿਹੜੇ ਉਹ 1908 ਦੇ ਵਿੱਚ ਅਰੈਸਟ ਕੀਤੇ ਗਏ ਸੀ, ਔਰ ਇਹ ਜਿਹੜੇ ਅਰੈਸਟ ਹੈ ਸਾਊਥ ਅਫਰੀਕਾ ਦੇ ਵਿੱਚ ਹੋਈ ਸੀ। ਹੂ ਫਸਟ ਸਟਾਰਟਿਡ ਦਾ ਸਿਵਲ ਸਰਵਿਸਿਜ਼ ਇਨ ਇੰਡੀਆ, ਲੋਰਡ ਕੋਰਨਵਾਲਿਸ ਹੈ ਜਿਹੜਾ, ਉਹਨੇ ਪਹਿਲੀ ਵਾਰੀ ਇੰਡੀਆ ਦੇ ਵਿੱਚ ਸਿਵਲ ਸਰਵਿਸਿਜ਼ ਜਿਹੜੀ ਉਹ ਸਟਾਰਟ ਕੀਤੀ ਹੈ। ਨੈਕਸਟ ਹੈ, ਹੂ ਅਮੰਗ ਦਾ ਫੋਲੋਇੰਗ ਇਜ਼ ਦਾ ਫਸਟ ਇੰਗਲਿਸ਼ ਮੈਨ ਟੂ ਬਿਕਮ ਦਾ ਪ੍ਰੈਜ਼ੀਡੈਂਟ ਆਫ INC, ਮਤਲਬ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਨ ਵਾਲਾ ਪਹਿਲਾ ਇੰਗਲਿਸ਼ਮੈਨ ਕੌਣ ਸੀ, ਤਾਂ ਆਪਣਾ ਆਨਸਰ ਹੈਗਾ ਜੋਰਜ ਯੂਲ ਸੀ। ਥੈਂਕ ਯੂ ਸੋ ਮਚ ਜੀ, ਇਹ ਅੱਜ ਦੀ ਵੀਡੀਓ ਸੀ ਮੇਰੇ ਵੱਲੋਂ। ਅਗਰ ਵੀਡੀਓ ਅੱਛੀ ਲੱਗੀ ਹੋਵੇ ਕੁਇਕ ਰਿਵੀਜ਼ਨ ਦੀ, ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ, ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਸੋ ਮਚ।